ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਆਪ ਜੀ ਦਾ ਹੋਸਟ ਰਣਜੀਤ ਸਿੰਘ ਆਨੰਦ। ਪ੍ਰੋਗਰਾਮ ਸਾਂਝੀ ਆਵਾਜ਼ ਲੈ ਕੇ ਫੇਰ ਸੰਗਤਾਂ ਦੇ ਰੂਬਰੂ ਹੋ ਚੁੱਕਾ ਹਾਂ। ਜਿਵੇਂ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਵਾਅਦਾ ਕਰਕੇ ਜਾਈਦਾ ਹੈ ਕਿ ਕੋਈ ਕਿਸੇ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਅਗਲੇ ਪ੍ਰੋਗਰਾਮ 'ਚ ਹੋਵਾਂਗੇ। ਅੱਜ ਦਾ ਜਿਹੜਾ ਵਿਸ਼ਾ ਹੈ, ਜਿਵੇਂ ਕਿ ਸੰਗਤਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਅੰਮ੍ਰਿਤਸਰ ਦੇ ਵਿੱਚ ਜੋ ਹੈਪਨ ਹੋਇਆ ਕਿ ਇੱਕ ਟ੍ਰੇਨ ਨੇ ਕਿ 100 ਤੋਂ ਜ਼ਿਆਦਾ ਲੋਕ ਜਿਹੜੇ ਹੈਗੇ ਆ ਆਪਣੀ ਲਪੇਟ ਦੇ ਵਿੱਚ ਲਏ ਅਤੇ ਕਈ 100 ਜਿਹੜੇ ਹੈਗੇ ਉਸਨੇ ਜ਼ਖਮੀ ਕੀਤੇ। ਅਤੇ ਇਸੇ ਗੱਲ ਦੇ ਉੱਤੇ ਅੱਜ ਦੀ ਜਿਹੜੀ ਗੱਲਬਾਤ ਹੋਏਗੀ, ਜਿਹੜੀਆਂ ਨਵੀਂ ਅਪਡੇਟ ਜਿਹੜੀ ਆਏਗੀ ਉਹਨਾਂ 'ਤੇ ਵੀ ਗੱਲਬਾਤ ਕਰਾਂਗੇ। ਅਤੇ ਮੇਰੇ ਨਾਲ ਮੇਰਾ ਸਾਥ ਦੇਣ ਵਾਸਤੇ ਜਿਹੜੇ ਅੱਜ ਦੇ ਮਹਿਮਾਨ ਗੈਸਟ ਜਿਹੜੇ ਪਹੁੰਚੇ ਹੋਏ ਨੇ, ਇਹ ਜਤਿੰਦਰ ਸਿੰਘ ਜੀ ਜਿਹੜੇ ਕਿ ਮੇਰਾ ਸਾਥ ਦੇਣ ਵਾਸਤੇ ਆਏ ਹਨ, ਅਤੇ ਨਾਲ ਹੀ ਉਹਨਾਂ ਦੇ ਗਿਆਨੀ ਸੁਰਿੰਦਰ ਸਿੰਘ ਜੀ ਆਨੰਦ, ਜੋ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਇਸ ਪ੍ਰੋਗਰਾਮ ਦੇ ਵਿੱਚ ਆਏ ਨੇ। ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਅਤੇ ਫਤਿਹ ਬੁਲਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਇੱਕ ਚੱਲਦੇ ਹਾਂ ਇਸ ਕਲਿੱਪ ਵੱਲ, ਅਤੇ ਉਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ। ਦੇਖਦੇ ਹਾਂ ਇਸ ਕਲਿੱਪ ਨੂੰ। ਜਿਵੇਂ ਕਿ ਸੰਗਤਾਂ ਨੇ ਦੇਖਿਆ ਇਸ ਕਲਿੱਪ ਨੂੰ, ਇਹ ਅੱਜ ਇਸੇ ਹੀ ਗੱਲਬਾਤ ਦੇ ਉੱਤੇ ਜਿਹੜੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ, ਅਤੇ ਜਿਹੜੇ ਅੱਜ ਦੇ ਮਹਿਮਾਨ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਇਹ ਗਿਆਨੀ ਜੀ, ਇਹ ਤੁਹਾਡੇ ਵੱਲ ਨੂੰ ਆਉਣਾ, ਇਹ ਜਿਹੜਾ ਕਲਿੱਪ ਜਿਹੜਾ ਹੈਗਾ ਕਿ ਅੰਮ੍ਰਿਤਸਰ ਜਿਹੜਾ ਰੇਲ ਹਾਦਸਾ ਹੋਇਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸਿੱਖ ਚੈਨਲ ਸਮੂਹ ਟੀਮ ਅਤੇ ਜਿੱਥੇ ਘਰ ਘਰ ਜੋ ਇਹ ਮੈਸੇਜ ਜਿਹੜਾ ਹੈ ਇਸ ਚੈਨਲ ਵੱਲੋਂ ਜੋ ਪਹੁੰਚਾਇਆ ਜਾਂਦਾ ਹੈ, ਕੋਈ ਦੁੱਖਾ ਹੈ ਸੁੱਖਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਕਿਉਂਕਿ ਚੈਨਲ ਵੱਲੋਂ ਜਿਹੜੀ ਹੈ ਉਹ ਇਨਫੋਰਮੇਸ਼ਨ ਜਿਹੜੀ ਦਿੱਤੀ ਜਾਂਦੀ ਹੈ। ਜਿੱਥੇ ਅੱਜ ਜੋ ਇਹ ਵਿਸ਼ਾ ਜੋ ਸਾਡਾ ਵੀ ਜੋ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਹਾਦਸਾ ਜਿਹੜਾ ਹੋਇਆ ਹੈ, ਇਹਦੇ ਵਿੱਚ ਇੱਕ ਬਹੁਤ ਵੱਡੀ ਜੋ ਅਣਗਹਿਲੀ ਜਿਹੜੀ ਹੈ, ਸਾਡੇ ਜੋ ਪ੍ਰਬੰਧਕ ਜਿਹੜੇ ਉੱਥੇ ਦੇ ਹਨ ਉਹਨਾਂ ਦੀ ਵੀ ਬੜੀ ਵੱਡੀ ਅਣਗਹਿਲੀ ਹੈਗੀ ਹੈ ਵੀ ਜਿਨ੍ਹਾਂ ਨੇ ਵੀ ਇਸ ਪਾਸੇ ਵੱਲ ਪਹਿਲਾਂ ਪੂਰਾ ਉਹਨਾਂ ਨੂੰ ਪ੍ਰਬੰਧ ਕਰਨਾ ਚਾਹੀਦਾ ਸੀ। ਭਾਵੇਂ ਠੀਕ ਹੈ ਵੀ ਉਹ ਇਹ ਦੱਸਦੇ ਨੇ ਕਿ ਅਸੀਂ ਜਿਹੜੇ ਵਾਰ-ਵਾਰ ਉੱਥੇ ਜੋ ਲੋਕ ਖੜੇ ਸਨ ਉਹਨਾਂ ਨੂੰ ਅਨਾਊਂਸਮੈਂਟ ਰਾਹੀਂ ਅਸੀਂ ਸੂਚਿਤ ਕਰਦੇ ਰਹੇ ਹਾਂ, ਪਰ ਗੱਲ ਸਿਰਫ ਇੰਨੀ ਹੈ ਵੀ ਠੀਕ ਆ ਜਿੱਥੇ ਉਹ ਸੂਚਿਤ ਕਰਦੇ ਰਹੇ ਨੇ, ਪਰ ਉੱਥੇ ਉਹਨਾਂ ਦੇ ਜੋ ਕੋਈ ਪ੍ਰਬੰਧ ਸੱਜਣ ਜਿਹੜੇ ਸਨ, ਜਿਹੜਾ ਦਾ ਜੋ ਪ੍ਰਬੰਧ ਉੱਥੇ ਕਰਦੇ ਸਨ, ਉਹਨਾਂ ਦਾ ਵੀ ਫਰਜ਼ ਬਣਦਾ ਹੈ ਵੀ ਉਸ ਲਾਈਨ ਦੇ ਕੋਲ ਜਾ ਕੇ ਵੀ ਉਹਨਾਂ ਨੂੰ ਸਮਝਾਉਂਦੇ ਵੀ ਪਤਾ ਨਹੀਂ ਕਿਸ ਟਾਈਮ ਜਿਹੜੀ ਹੈ ਗੱਡੀ ਜਿਹੜੀ ਇੱਥੋਂ ਲੰਘ ਸਕਦੀ ਹੈ, ਵੀ ਤੁਸੀਂ ਲਾਈਨ ਦੇ ਵਿੱਚ ਖੜੇ ਹੋ ਕੇ ਸੈਲਫੀਆਂ ਲੈਣ ਦੇ ਜੇ ਜਾਂ ਫੋਟੋਆਂ ਤੁਸੀਂ ਲੈਣ ਦੇ ਜੇ, ਵੀ ਤੁਸੀਂ ਜਾਂ ਤਾਂ ਅੰਦਰ ਆ ਜਾਓ ਜਾਂ ਲਾਈਨ ਤੋਂ ਜਿਹੜਾ ਜਾਂ ਦੂਸਰੇ ਪਾਸੇ ਚੱਲ ਜਾਓ ਜਾਂ ਇਸ ਪਾਸੇ ਚੱਲ ਜਾਓ, ਕਿਉਂਕਿ ਇਹਦੇ ਵਿੱਚ ਸਾਡਾ ਆਪਣਾ ਵੀ ਬਹੁਤ ਵੱਡਾ ਜਿਹੜਾ ਹੈ ਉਹਨਾਂ ਦਾ ਵੀ ਬਹੁਤ ਵੱਡਾ ਇੱਕ ਕਸੂਰ ਹੈ। ਠੀਕ ਹੈ ਕਿ ਉਸ ਵਾਹਿਗੁਰੂ ਪਰਮਾਤਮਾ ਦੀ ਇੱਕ ਭਾਣਾ ਹੈ, ਕਿਉਂਕਿ ਇਸ ਭਾਣੇ ਦੇ ਵਿੱਚ ਜਿਹੜਾ ਇਹ ਸਾਰਿਆਂ ਨੂੰ ਮੰਨਣਾ ਪੈਂਦਾ ਹੈ, ਕਿਉਂਕਿ ਜਿਹਦੇ ਵਿੱਚ ਇੱਕ ਮਾਸੂਮ ਬੱਚੇ ਜਿਹੜੇ ਹਨ, ਜਿਹੜੇ ਅਸੀਂ ਦੇਖੇ ਹਨ, ਕਿਸੇ ਦੀ ਲੱਤ ਹੈ, ਕਿਸੇ ਦੀ ਬਾਂਹ, ਕਿਸੇ ਦਾ ਸਿਰ ਦੇ ਨਾਲ ਧੜ ਦੇ ਨਾਲ ਸਿਰ ਜਿਹੜਾ ਹੈ ਉਹ ਜੁਦਾ ਹੋਇਆ ਹੈ, ਔਰ ਬਹੁਤ ਦਰਦਨਾਕ ਜਿਹੜਾ ਹਾਦਸਾ ਜਿਹੜਾ ਹੋਇਆ ਹੈ, ਜਿਹੜਾ ਵੇਖ ਕੇ ਦਿਲ ਜਿਹੜਾ ਉਹ ਕੰਬ ਜਾਂਦਾ ਹੈ। ਤੋਂ ਇੱਕ ਬੜੀ ਵੱਡੀ ਜਿਹੜੀ ਹੈ ਅਣਗਹਿਲੀ ਜਿਹੜੀ ਕੀਤੀ ਗਈ ਹੈ, ਜਿੱਥੇ ਪ੍ਰਬੰਧਕਾਂ ਵੱਲੋਂ ਵੀ ਅਤੇ ਨਾਲ ਹੀ ਵੀ ਇੱਕ ਹੋਰ ਜਿੱਥੇ ਪ੍ਰਬੰਧਕਾਂ ਨੇ, ਕਿਉਂਕਿ ਉਹਨਾਂ ਦੀ ਇਹ ਗੱਲ ਹੈ ਕਿ ਅਸੀਂ ਆਪਣਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ, ਪਰ ਇਹਦੇ ਵਿੱਚ ਹੁਣ ਪਤਾ ਨਹੀਂ ਕਿ ਸੱਚਾਈ ਕਿੰਨੀ ਕੁ ਹੈ। ਪਰ ਹੁਣ ਕਈ ਗੱਲਾਂ ਜਿਹੜੇ ਹੁਣ ਹੌਲੀ ਹੌਲੀ ਸਾਹਮਣੇ ਆ ਰਹੀਆਂ ਨੇ, ਅਤੇ ਉਹਦੇ ਵਿੱਚ ਸਿਰਫ ਇਹੀ ਪਤਾ ਲੱਗ ਰਿਹਾ ਹੈ ਕਿ ਉਹ ਕਹਿੰਦੇ ਕਿ ਇਸ ਦੀ ਪਰਮਿਸ਼ਨ ਹੀ ਨਹੀਂ ਦਿੱਤੀ ਗਈ ਸੀ, ਇਸ ਚੀਜ਼ ਦੀ ਪਰਮਿਸ਼ਨ ਹੀ ਦਿੱਤੀ ਗਈ ਸੀ। ਪਰ
ਆਪਣੇ ਜਿਹੜੇ ਉੱਥੇ ਦਾ ਪ੍ਰਬੰਧਕ ਸੀ ਜਿਹੜੇ ਕਿ ਉਹ 2-3 ਦਿਨਾਂ ਤੋਂ ਫਰਾਰ ਸੀ, ਉਹ ਉਹਨਾਂ ਨੇ ਆ ਕੇ ਹੁਣ ਲਾਈਵ ਜਿਹੜਾ ਹੈਗਾ ਆ ਕਈ ਟੀਵੀ ਚੈਨਲਾਂ ਦੇ ਉੱਤੇ ਆ ਕੇ ਤੇ ਉਹਨਾਂ ਨੇ ਆਪਣੇ ਬਿਆਨ ਦਿੱਤੇ ਆ ਕਿ ਅਸੀਂ ਪਰਮਿਸ਼ਨ ਜਿਹੜੀ ਹੈਗੀ ਆ ਲਈ ਸੀ, ਪਰ ਜਿਹੜੀ ਲਈ ਸੀ ਉਹ ਕਹਿੰਦੇ ਜੀ ਕਮਿਸ਼ਨਰ ਵੱਲੋਂ ਨਹੀਂ ਸੀ ਦਿੱਤੀ ਗਈ, ਜਿਹੜੇ ਉਹਨਾਂ ਦਾ ਪੀਏ ਸੀ ਜਿਹੜਾ ਉਹਨਾਂ ਵੱਲੋਂ ਜਿਹੜੀ ਹੈਗੀ ਆ ਦਿੱਤੀ ਗਈ ਹੈ। ਪਰ ਉਹ ਵੀ ਜਿਹੜਾ ਇੱਕ ਪ੍ਰੋਸੀਜਰ ਹੁੰਦਾ ਕਿ ਪਹਿਲਾਂ ਉੱਥੇ ਦੀ ਜਿਹੜੀ ਕੌਂਸਲ ਹੈ ਉਹਨਾਂ ਕੋਲ ਲੈਣੀ ਪੈਂਦੀ ਆ, ਫਿਰ ਰੇਲਵੇ ਵਾਲਿਆਂ ਕੋਲ NOC ਲੈਣੀ ਪੈਂਦੀ ਆ, ਫਿਰ ਜਿਸ ਮਹੱਲੇ ਦੇ ਵਿੱਚ ਕਰੋਨਾ ਆ ਉਹਦੀ ਜਗ੍ਹਾ ਜਿਹੜੀ ਚੱਖਣੀ ਪੈਂਦੀ ਹੈ ਕਿੰਨੀ ਕੁ ਹੈ, ਕਿ ਉੱਥੇ ਇੰਨੀ ਪਬਲਿਕ ਇਕੱਠੀ ਹੋਣੀ ਆ। ਪਰ ਕਹਿੰਦੇ ਆ ਕਿ ਉਹ ਪਰਮਿਸ਼ਨ ਉਹਨਾਂ ਦੇ ਕੋਲ ਨਹੀਂ ਸੀ ਹੈਗੀ। ਇੱਕ ਫਾਇਰ ਬ੍ਰਿਗੇਡ ਦੀ ਉਹ ਵੀ ਜਿਹੜੀ ਹੈਗੀ ਸੀ। ਤੇ ਜਤਿੰਦਰ ਜੀ, ਮੈਂ ਤੁਹਾਡੇ ਵੱਲ ਪੁੱਛਦਾ ਕਿ ਇਹ ਹੋਰ ਜਿਹੜੀਆਂ ਇੱਦਾਂ ਦੇ ਸਮਾਗਮ ਜਿਹੜੇ ਹੁੰਦੇ ਆ, ਇਹ ਤਾਂ ਚਲੋ ਪਰਮਿਸ਼ਨ ਦੀ ਗੱਲ ਆ, ਪਰ ਪ੍ਰਬੰਧਕਾਂ ਨੂੰ ਵੀ ਕੁਛ ਨਾ ਕੁਛ ਚਾਹੀਦਾ ਹੁੰਦਾ ਕਿ ਨਹੀਂ, ਕਿ ਉਹ ਵੀ ਦੁਨੀਆ ਦੀ ਜਿਹੜੀ ਹੈਗੀ ਜਿਹੜੇ ਬੰਦੇ ਉੱਥੇ ਇਸ ਚੀਜ਼ ਨੂੰ ਦੇਖਣ ਆ ਰਹੇ ਆ ਕਿ ਉਹਨਾਂ ਦੀ ਸੇਫਟੀ ਕੀ ਹੈ। ਬਿਲਕੁਲ ਜੀ, ਸਭ ਤੋਂ ਪਹਿਲਾਂ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਦੇ ਆਪਾਂ ਦੇਖਦੇ ਹਾਂ ਇੰਡੀਆ ਦੇ ਵਿੱਚ ਇਹ ਆਮ ਹੀ ਗੱਲਾਂ ਨੇ, ਹਨਾ। ਪਿੱਛੇ ਜੀ ਆਪਾਂ ਇੱਕ ਨਿਊਜ਼ ਦੇਖੀ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਿਆਹ ਪੁਰਬ ਤੇ ਜਦੋਂ ਇੱਕ ਬੱਚਾ ਗਟਰ ਵਿੱਚ ਡਿੱਗ ਗਿਆ ਤੇ ਉਹ ਪ੍ਰਸ਼ਾਸਨ ਦਾਅਵੇ ਕਰਦੇ ਆ ਅਸੀਂ ਬੜਾ ਪ੍ਰਬੰਧ ਸਹੀ ਤਰੀਕੇ ਨਾਲ ਕਰ ਰਹੇ ਹਾਂ ਔਰ ਸਹੀ ਟਾਰਾ ਮਾਰਦੇ ਹਾਂ, ਅਸੀਂ ਬੜਾ ਕੁਝ ਕੀਤਾ ਆ, ਪਰ ਉਹ ਗਟਰ ਦੇ ਉੱਪਰ ਬੋਰੀ ਰੱਖੀ ਹੋਈ ਆ, ਹੁਣ ਕਿਸੇ ਨੂੰ ਕੀ ਪਤਾ ਥੱਲੇ ਕੀ ਆ। ਹਾਂਜੀ, ਉਹ ਬੱਚਾ ਵਿੱਚ ਡਿੱਗ ਗਿਆ, ਉਹ ਪਰਿਵਾਰ ਹੈ ਹੁਣ ਤਾਂ ਖੁਸ਼ੀਆਂ ਮਨਾਉਣ ਵਾਸਤੇ ਜਿਹੜਾ ਪਰਿਵਾਰ ਆਇਆ ਨਾ। ਸੋ ਹੁਣ ਉੱਥੇ ਜਿਨ੍ਹਾਂ ਦੇ ਮਾਂ-ਬਾਪ ਚਲੇ ਗਏ, ਜਿਨ੍ਹਾਂ ਦੇ ਬੱਚੇ ਚਲੇ ਗਏ, ਭੈਣ ਭਰਾ ਜਿਨ੍ਹਾਂ ਨੇ ਆਪਣੇ ਖੋਏ ਆ, ਹੁਣ ਦੁਸਹਿਰਾ ਜਿਹੜਾ ਆਪਾਂ ਕਹਿੰਦੇ ਆ ਬਦੀ ਤੇ ਨੇਕੀ ਦੀ ਜਿੱਤ ਹੈ, ਹੁਣ ਖੁਸ਼ੀਆਂ ਮਨਾਉਣ ਵਾਸਤੇ ਗਏ ਆ। ਮੈਂ ਸਮਝਦਾ ਵੀ ਸਾਰੇ ਕਸੂਰਵਾਰ ਆ ਅਸੀਂ, ਪ੍ਰਸ਼ਾਸਨ ਤਾਂ ਕਸੂਰਵਾਰ ਹੈ ਹੀ ਆ, ਪਬਲਿਕ ਵੀ ਕਸੂਰਵਾਰ ਹੈ। ਜਿਸ ਤਰ੍ਹਾਂ ਹੁਣ ਆਪਾਂ ਇੱਕ ਕਲਿੱਪ ਦੇਖਿਆ ਪਹਿਲਾਂ, ਉਹਦੇ ਵਿੱਚ ਕਿਸ ਤਰ੍ਹਾਂ ਉਹ ਹਾਰਨ ਵਜਾ ਰਿਹਾ ਟ੍ਰੇਨ ਡਰਾਈਵਰ ਹੈ ਜਿਹੜਾ, ਵੀ ਤੁਸੀਂ ਸਾਈਡ ਦਿਓ, ਤਾਂ ਲੋਕ ਬਿਲਕੁਲ ਹੀ ਇਗਨੋਰ ਕਰ ਰਹੇ, ਦੇਖ ਹੀ ਨਹੀਂ ਰਹੇ। ਕਿਉਂਕਿ ਇੱਕ ਟ੍ਰੇਨ ਦੀ ਅਸੀਂ ਆਪ ਹੀ ਜਗ੍ਹਾ ਉਹਨੂੰ ਦਿੱਤੀ ਹੋਈ ਹੈ ਕਿ ਤੇਰੀ ਪ੍ਰਾਈਵੇਟ ਜਗ੍ਹਾ ਹੈ, ਤੂੰ ਆਪਣਾ ਲੰਘਣਾ। ਹਾਂਜੀ, ਕਿਉਂਕਿ ਲੋਕਾਂ ਨੂੰ ਫਿਰ ਇਹ ਕਿਉਂ ਨਹੀਂ ਸਮਝ ਆਉਂਦਾ ਕਿ ਬਾਅਦ ਚ ਕਿਸੇ ਤੇ ਉਂਗਲ ਚੱਕਣਾ, ਪ੍ਰਸ਼ਾਸਨ ਤੇ ਚੱਕਣਾ, ਸਰਕਾਰਾਂ ਤੇ ਚੱਕਣਾ। ਹੁਣ ਉੱਥੇ ਸਰਕਾਰਾਂ ਤੇ ਬੈਠੀਆਂ ਨਹੀਂ, ਬਿਲਕੁਲ ਜੀ, ਕਿ ਜਿਹੜਾ ਨੇ ਇਹ ਜਿਹੜਾ ਕੰਮ ਕਰਵਾਇਆ। ਹਾਂਜੀ, ਕੰਮ ਆਪਣੀ ਸੇਫਟੀ, ਬੰਦੇ ਨੂੰ ਖੁਦ ਨੂੰ ਵੀ ਆਪਣੀ ਸੇਫਟੀ ਚਾਹੀਦੀ ਕਿ ਨਹੀਂ ਚਾਹੀਦੀ, ਸੇਫਟੀ ਕਰਨੀ ਪਏਗੀ। ਹਾਂਜੀ, ਤੇ ਪਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਗਿਆਨੀ ਜੀ, ਲੋਕੀ ਕਿਉਂ ਨਹੀਂ ਇਹ ਚੀਜ਼ਾਂ ਸੋਚਦੇ ਕਿ ਬਾਅਦ ਦੇ ਵਿੱਚ ਫਿਰ ਜਦੋਂ ਇਹ ਹੈਪਨ ਹੋ ਜਾਂਦਾ ਤਾਂ ਫਿਰ ਨੁਕਸਾਨ ਜਿਹੜਾ ਹੈਗਾ ਆ ਟ੍ਰੇਨ ਦੇ ਉੱਤੇ ਜਾਂ ਅੱਗਾਂ ਲਾ ਕੇ ਮੁਜ਼ਾਹਰੇ ਕਰਕੇ ਰਸਤਾ ਰੋਕ ਕੇ ਇਹ ਕਰਨਾ, ਫਿਰ ਕਿੱਥੇ ਦੀ ਸਿਆਣਪ ਜਿਹੜੀ ਹੈਗੀ, ਉਲਟਾ ਹੋਰ ਨੁਕਸਾਨ ਕਰਨਾ, ਲੋਕਾਂ ਨੂੰ ਤੰਗ ਕਰਨਾ, ਬੱਸਾਂ ਭੰਨਣੀਆਂ ਜਾਂ ਹੋਰ ਕੁਝ ਕਰਨਾ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਜਿਹੜਾ ਹੈ ਬਾਅਦ ਵਿੱਚ ਜਿਹੜਾ ਕੀਤਾ ਜਾਂਦਾ ਹੈ, ਉਹਦੇ ਵਿੱਚ ਜਿਹੜਾ ਤੁਸੀਂ ਪਹਿਲੀ ਵੀ ਗੱਲ ਕੀਤੀ ਹੈ ਵੀ ਇਹ ਜਿਹੜਾ ਹੈ ਇੱਕ ਬਹੁਤ ਵੱਡਾ, ਜਿਵੇਂ ਇਹ ਹਾਦਸਾ ਹੋਇਆ, ਇਹ ਤਾਂ ਜਿੱਥੇ ਇੱਥੇ ਆ ਨਾ, ਤੁਸੀਂ ਜਲੰਧਰ ਦੇ ਵਿੱਚ ਵੇਖ ਲਓ ਵੀ ਉੱਥੇ ਜਦੋਂ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਿਹੜੀ ਟ੍ਰੇਨ ਜਾਂਦੀ ਹੈ, ਉਹ ਤਕਰੀਬਨ ਸੂਰਾਨਸੀ ਤੱਕ ਜਾਂਦਿਆਂ 5-6 ਫਾਟਕ ਜਿਹੜੇ ਉੱਥੇ ਆਉਂਦੇ ਆ। ਜਿੱਥੇ ਮਾਈ ਹੀਰਾ ਗੇਟ ਜਿਹੜਾ ਉਹ ਫਾਟਕ ਜਿਹੜਾ ਉਹ ਹੁੰਦਾ ਹੈ, ਟਾਂਡਾ ਰੋਡ ਦਾ ਜਿਹੜਾ ਉਹ ਫਾਟਕ ਆਉਂਦਾ ਹੈ, ਉਹਦੇ ਨਾਲ ਅੱਗੇ ਜੋ ਇੱਕ ਹੋਰ ਫਾਟਕ ਜਿਹੜਾ ਹੈ ਉਹ ਸਨਾਤਨ ਸਕੂਲ ਹੈ, ਉੱਥੇ ਲਾਗੇ ਫਾਟਕ ਆਉਂਦਾ ਹੈ। ਵੇਖੋ ਫਾਟਕ ਬੰਦ ਵੀ ਹੁੰਦਾ ਹੈ, ਪਰ ਅਸੀਂ ਫੇਰ ਜਿਹੜੇ ਉਧਰੋਂ ਗੱਡੀ ਵੀ ਆ ਰਹੀ ਹੈ, ਹਾਰਨ ਵੀ ਦਿੰਦੇ ਨੇ, ਤੇ ਫਿਰ ਕੀ ਹੈ ਵੀ ਥੱਲਿਓਂ ਦੇ ਅਸੀਂ ਸਾਈਕਲ, ਥੱਲਿਓਂ ਦੇ ਅਸੀਂ ਸਕੂਟਰ, ਉਹ ਅਸੀਂ ਲੰਘਾਉਂਦੇ ਆ। ਵੇਖੋ ਮੌਤ ਸਾਹਮਣੇ ਜਿਹੜੀ ਇੱਕ ਮੌਤ ਖੜੀ ਹੈ, ਤੇ ਫਿਰ ਅਸੀਂ ਮੌਤ ਨੂੰ ਸੱਦਾ ਜਿਹੜਾ ਦੇਣ ਵਾਲੀ ਗੱਲ ਹੈ ਵੀ ਵੇਖੋ ਇੱਕ ਟ੍ਰੇਨ ਜਿਹੜੀ ਆ ਰਹੀ ਹੈ, ਫਾਸਟ ਆ ਰਹੀ, ਇਹ ਵੀ ਟ੍ਰੇਨ ਜਿਹੜੀ ਹੈ, ਕਿਉਂਕਿ ਉਹ ਟ੍ਰੇਨ ਦਾ ਜਿਹੜਾ ਡਰਾਈਵਰ ਹੈ ਉਹ ਇਹ ਵੀ ਗੱਲ ਕਹੀ ਜਾਣ ਡਿਆ ਵੀ ਜਦ ਮੈਨੂੰ ਹਰੀ ਬੱਤੀ ਜਿਹੜੀ ਹੈ, ਲਾਈਟ ਹਰੀ ਜਿਹੜੀ ਮੈਨੂੰ ਹੋਈ ਹੈ, ਉਹਨੂੰ ਸਿਗਨਲ ਜਿਹੜਾ ਹਰਾ ਹੋਇਆ, ਜਦੋਂ ਉਹਨੂੰ ਹਰਾ ਸਿਗਨਲ ਹੋ ਗਿਆ ਤੇ ਫਿਰ ਤੋਂ ਉਹਨੇ ਗੱਡੀ ਜਿਹੜੀ ਉੱਥੋਂ ਕੱਢਣੀ ਹੈ, ਜਿਹੜੀ ਉਹਦੀ ਸਪੀਡ ਸੀ ਕੋਈ 30 ਦੀ, 40 ਦੀ, 50 ਦੀ ਜਿਹੜੀ ਹੈ, ਉਹਨੇ ਤਾਂ ਆਪਣੇ ਉੱਥੋਂ ਲਾ ਕੇ ਕੱਢਣੀ ਸੀ। ਇਹ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਿਹੜਾ ਉੱਥੇ ਲਾਗੇ ਫਾਟਕ ਸੀ, ਉੱਥੇ ਫਾਟਕ ਦੇ ਵਿੱਚ ਜਿਹੜਾ ਉਹ ਫਾਟਕ ਤੇ ਕੰਮ ਕਰਦਾ ਹੈਗਾ, ਉਸ ਕਰਿੰਦੇ ਨੂੰ ਇਹ ਕਹਿੰਦੇ ਵੀ ਜਦੋਂ ਹੁਣ ਇੱਥੇ ਟ੍ਰੇਨ ਆਏਗੀ ਤੇ ਅੱਗੇ ਦੁਸਹਿਰਾ ਜਿਹੜੀ ਗਰਾਊਂਡ ਹੈ ਵੀ ਉੱਥੇ ਜਿਹੜੇ ਨੇ ਬਹੁਤ ਸਾਰੇ ਲੋਕੀ ਇਕੱਠੇ ਹੋਏ ਨੇ, ਇੱਥੇ ਟ੍ਰੇਨ ਜਿਹੜੀ ਹੈ ਥੋੜੀ ਹੌਲੀ ਕੀਤੀ ਜਾਵੇ। ਪਰ ਉਹ ਕਹਿੰਦਾ ਆ ਕਿ ਉਹ ਗੱਲ ਹੋਰ ਵੀ ਸਾਹਮਣੇ ਆਈ, ਉਹ ਕਹਿੰਦਾ ਮੈਨੂੰ ਇਹਦੇ ਬਾਰੇ ਕੁਝ ਕਿਸੇ ਨੇ ਦੱਸਿਆ ਹੀ ਨਹੀਂ ਹੈਗਾ, ਇਨਫੋਰਮ ਨਹੀਂ ਕੀਤਾ ਕਿ ਦੁਨੀਆ ਇੰਨੀ ਪਬਲਿਕ ਜਿਹੜੀ ਹੈਗੀ ਆ ਕਿ ਲਾਈਨਾਂ ਦੇ ਉੱਤੇ ਖੜੀ ਹੈ। ਉਹ ਕਹਿੰਦੇ ਜੇ ਮੈਨੂੰ ਇਸ ਚੀਜ਼ ਦੀ ਨੌਲੇਜ ਹੁੰਦੀ ਤੇ ਮੈਂ ਸਿਗਨਲ ਨਹੀਂ 10 ਮਿੰਟ ਗੱਡੀ ਲੇਟ ਕਰ ਲੈਣੀ ਸੀ, ਆ ਕੇ ਉੱਥੇ ਪਬਲਿਕ ਨੂੰ ਅਨਾਉਂਸ ਵੀ ਕਰਾ ਦੇਣਾ ਸੀ ਕਿ ਤੁਸੀਂ ਇੱਥੋਂ ਮੂਵ ਹੋ ਜਾਓ, ਗੱਡੀ ਲੰਘਣੀ ਹੈ, ਤੇ ਕੁਝ ਇਹ ਹੈਪਨ ਹੋਣ ਤੋਂ ਰੁਕ ਸਕਦਾ ਸੀ। ਪਰ ਉਹਨੂੰ ਵੀ ਵੇਖ ਲਓ ਕਿਸੇ ਨੇ ਨਹੀਂ ਦੱਸਿਆ। ਨਹੀਂ, ਸੋਚਣ ਵਾਲੀ ਗੱਲ ਇਹ ਹੈ ਕਿਉਂਕਿ ਹਰੇਕ ਸਾਲ ਇਹ ਪ੍ਰੋਗਰਾਮ ਜਿਹੜਾ ਦੁਸਹਿਰੇ ਦਾ ਕਹਿੰਦੇ ਅਸੀਂ ਇੱਥੇ ਕਰਦੇ ਹਾਂ। ਸੋ ਨਾਲ ਤੁਸੀਂ ਇੱਕ ਕਲਿੱਪ ਦੇਖਿਆ ਹੋਵੇਗਾ, ਪਹਿਲਾਂ ਕੋਈ ਸਿੰਗਰ, ਮੈਨੂੰ ਪਤਾ ਨਹੀਂ ਕੌਣ ਸੀਗਾ, ਉਹ ਅਨਾਉਂਸ ਕਰ ਰਿਹਾ ਸਟੇਜ ਤੋਂ ਬਕਾਇਦਾ ਵੀ ਤੁਸੀਂ
ਟਰੈਕ ਰੇਲਵੇ ਟਰੈਕ ਤੋਂ ਪਿੱਛੇ ਹੋ ਕੇ ਖੜੋ। ਠੀਕ ਹੈ, ਉਹਨੇ ਜਦੋਂ ਆਉਣਾ ਗੱਡੀ ਨੇ ਤਾਂ ਕਿਸੇ ਨੂੰ ਪੁੱਛਣਾ ਨਹੀਂ ਹੈ। ਸੋ ਫਿਰ ਵੀ ਕਹਿਣ ਦੇ ਬਾਵਜੂਦ ਵੀ ਲੋਕ ਟਲਦੇ ਨਹੀਂ ਹੈ ਫਿਰ ਵੀ, ਹੈ ਨਾ। ਤੇ ਸੋ ਸਾਰਿਆਂ ਦਾ ਮੈਂ ਸਮਝਦਾ ਕਸੂਰਵਾਰ ਅਸੀਂ ਖੁਦ ਵੀ ਹੈਗੇ ਹਾਂ। ਜੇ ਆਪਾਂ ਹੁਣ ਇਕੱਲੇ ਹੁਣ ਉੱਥੇ ਆਪਾਂ ਕਹਿ ਦਿੰਦੇ ਹਾਂ ਜੀ ਸਰਕਾਰ ਕੁਛ ਨਹੀਂ ਕਰਦੀ, ਪੰਜਾਬ ਸਰਕਾਰ ਜਾਂ ਕੁਛ ਨਹੀਂ ਉੱਥੇ ਹੁੰਦਾ ਨਹੀਂ ਹੈ। ਹੁਣ ਜਦੋਂ ਆਪਾਂ ਇੱਥੋਂ ਜਾਈਦਾ ਨਾ, ਇੱਥੋਂ ਜਾ ਕੇ ਤੁਸੀਂ ਖੁਦ ਦੀ ਗੱਲ ਹੈ, ਮੇਰੇ ਫਰੈਂਡ ਇੱਕ ਨਾਲ ਮੈਂ ਡਰਾਈਵ ਕਰਨ ਲੱਗਿਆ ਤਾਂ ਮੈਨੂੰ ਕਹਿੰਦਾ ਤੇ ਬਿਲਟ ਲਾਉਣ ਲੱਗਿਆ ਤੇ ਕਹਿੰਦਾ ਬਿਲਟ ਕਾਹਦੇ ਵਾਸਤੇ ਲਾਉਣੀ ਆ ਤੂੰ? ਤੇ ਮੈਂ ਕਿਹਾ ਨਹੀਂ ਲਾਉਣੀ ਪਊਗੀ, ਸੇਫਟੀ ਵਾਸਤੇ ਹੈ ਨਾ। ਕਹਿੰਦਾ ਨਹੀਂ ਆਪਣੀ ਚੱਲਦੀ ਹੈ, ਸਾਰੇ ਆਪਾਂ ਨੂੰ ਜਾਣਦੇ ਆ, ਪੁਲਿਸ ਵਾਲੇ ਜਾਣਦੇ ਆ, ਐਮਐਲਏ ਆਪਾਂ ਨੂੰ ਜਾਣਦੇ ਆ, ਤੇ ਆਪਾਂ ਨੂੰ ਲਾਉਣ ਦੀ ਲੋੜ ਨਹੀਂ ਹੈ, ਆਪਾਂ ਫੋਨ ਕਰ ਲਵਾਂਗੇ। ਤੇ ਮੈਂ ਕਿਹਾ ਜਦੋਂ ਮੌਤ ਆ ਗਈ ਤਾਂ ਐਮਐਲਏ ਨੇ ਜਾਂ ਮੰਤਰੀ ਨੇ ਆ ਕੇ ਕਿਸੇ ਨੇ ਬਚਾਉਣਾ ਤੁਹਾਨੂੰ? ਸੋ ਕਹਿਣ ਤੋਂ ਮਤਲਬ ਹੈ ਵੀ ਸਾਨੂੰ ਖੁਦ ਵੀ ਜ਼ਿੰਮੇਵਾਰੀਆਂ ਲੈਣੀਆਂ ਪੈਣਗੀਆਂ। ਠੀਕ ਹੈ, ਕਾਨੂੰਨ ਨੂੰ ਫੋਲੋ ਕਰਨਾ ਪਏਗਾ, ਦੇਖਣਾ ਪਏਗਾ। ਅਸੀਂ ਸਾਰਾ ਕੁਝ ਦੇਖਦਿਆਂ ਹੁੰਦਿਆਂ ਵੀ ਅਣਸੁਣੀ ਕਰਦੀ ਅਣਦੇਖੀ ਕਰਦੀ ਹੈ ਤੇ ਫਿਰ ਅਸੀਂ ਬਾਅਦ 'ਚ ਲੋਕਾਂ ਨੂੰ ਕਸੂਰਵਾਰ ਠਹਿਰਾਈਏ, ਸੋ ਉਹ ਵੀ ਗੱਲ ਚੰਗੀ ਨਹੀਂ ਹੈ। ਤੇ ਹੁਣ ਵੇਖ ਲਓ ਨਾ ਕਿ ਅਗਲੇ ਸਾਲ ਫਿਰ ਦੁਸ਼ਹਿਰਾ ਆਉਣਾ, ਇਹ ਦੁਸ਼ਹਿਰੇ ਦੇ ਨਾਲ ਇਹ ਵੀ ਹੈਪਨ ਨਾਲ ਜੁੜ ਗਿਆ, ਇਹ ਜੁੜ ਗਿਆ। ਪਰ ਕੁਝ ਚੀਜ਼ਾਂ ਕਰਕੇ ਦੁਨੀਆ ਨੇ ਫੇਰ ਭੁੱਲ ਜਾਣਾ ਕਿ ਕੀ ਹੋਇਆ ਕੀ ਨਹੀਂ ਹੋਇਆ। ਹੁਣ ਦੁਸ਼ਹਿਰਾ ਕੀ ਪਤਾ ਉਸ ਥਾਂ ਤੇ ਦੁਬਾਰਾ ਲੱਗਣਾ ਹੈ ਜਾਂ ਨਹੀਂ ਲੱਗਣਾ, ਇਹ ਤਾਂ ਬਾਅਦ ਦੀਆਂ ਗੱਲਾਂ ਨੇ ਜੀ। ਪਰ ਜਿਹੜਾ ਹੁਣ ਇਸ ਵੇਲੇ ਜਿਹੜਾ ਹੈਪਨ, ਇਸ ਵੇਲੇ ਕੀ ਕਹਿੰਦੇ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਇਸ ਵੇਲੇ ਹਸਪੀਟਲਾਂ ਦੇ ਵਿੱਚ ਕਿਸੇ ਦੀ ਲੱਤ ਵੱਢੀ ਗਈ, ਕਿਸੇ ਦੀ ਬਾਹ ਵੱਢੀ ਗਈ ਹੈ, ਕਿਸੇ ਦੇ ਗੁੱਝੀਆਂ ਸੱਟਾਂ ਲੱਗੀਆਂ, ਕਿ ਜਿਹੜਾ ਮਰਨ ਕਿਨਾਰੇ ਪਿਆ ਹੋਇਆ ਉਹਨਾਂ ਦੇ ਪਰਿਵਾਰਾਂ ਤੇ ਉਹ ਤਾਂ ਚਲੋ ਹਸਪੀਟਲ ਦੇ ਵਿੱਚ ਪਿਆ, ਪਰ ਉਹਨਾਂ ਦੇ ਨਾਲ ਜਿਹੜੀਆਂ ਹੋਰ ਜ਼ਿੰਦਗੀਆਂ ਜੁੜੀਆਂ ਨੇ ਉਹ ਵੀ ਵੇਖ ਲਓ ਕਿ ਉਹ ਵੀ ਇਸ ਵੇਲੇ ਪਰੇਸ਼ਾਨੀ ਦੇ ਵਿੱਚ, ਜਿਨ੍ਹਾਂ ਦਾ ਇੱਕ ਜੀ ਕਮਾਉਣ ਵਾਲਾ ਸੀ ਤੇ ਬਾਕੀ 4-5 ਜਣੇ ਖਾਣ ਵਾਲੇ ਸਨ, ਉਹ ਬੰਦਾ ਹਸਪੀਟਲ ਪਿਆ ਹੋਇਆ। ਸਰਕਾਰਾਂ ਨੇ ਤਾਂ ਦਾਅਵੇ ਕਰ ਦਿੱਤੇ ਕਿ ਅਸੀਂ 5 ਲੱਖ ਜਿਹੜਾ ਬੰਦਾ ਜਿਹੜਾ ਜਿਹਦੀ ਮੌਤ ਹੋ ਚੁੱਕੀ ਹੈ ਕਿ 5 ਲੱਖ ਰੁਪਈਆ ਉਹਨੂੰ ਦੇਵਾਂਗੇ ਤੇ 2 ਲੱਖ ਰੁਪਈਆ ਜਿਹੜਾ ਜ਼ਖਮੀ ਹੋਇਆ। ਪਰ ਇਹ ਕੋਈ ਤੁਸੀਂ ਸਮਝਦੇ ਗਿਆਨੀ ਜੀ ਕਿ 5 ਲੱਖ ਨਾਲ ਸਾਰਾ ਕੁਝ ਸਹੀ ਹੋ ਸਕਦਾ? ਨਹੀਂ, 5 ਲੱਖ ਨਾਲ ਨਹੀਂ, ਇਹ ਤਾਂ ਭਾਵੇਂ 5 ਦੀ ਜਗ੍ਹਾ ਤੇ ਮੈਂ ਕਹਿੰਦਾ 20 ਲੱਖ ਰੁਪਈਆ ਵੀ ਦੇ ਦੇਣ, 50 ਲੱਖ ਵੀ ਦੇ ਦੇਣ, ਉਹ ਵੀ ਉਹਨਾਂ ਵਾਸਤੇ ਥੋੜਾ ਹੈ। ਕਿਉਂਕਿ ਜਿਹੜਾ ਬੰਦਾ ਕਮਾਉਣ ਵਾਲਾ ਜਿਹੜਾ ਹੁੰਦਾ, ਚੱਲੇ ਕਈ ਘਰਾਂ ਦੇ ਤਕਰੀਬਨ 2-2 3-3 ਜੀ ਜਿਹੜੇ ਨੇ, ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਖਤਮ ਹੋ ਗਏ ਨੇ। ਛੋਟੇ ਛੋਟੇ ਬੱਚੇ ਜਿਹੜੇ ਨਾਲ ਗਏ ਨੇ, ਜਦੋਂ ਉਹ ਫੋਟੋ ਅਸੀਂ ਦੇਖੀਆਂ ਤੇ ਉਹਦੇ 'ਚ ਦੇਖਦੇ ਹਾਂ ਵੀ ਪਰਿਵਾਰਾਂ ਦੇ ਪਰਿਵਾਰ ਜਿਹੜੇ ਉੱਥੇ ਜਿਹੜੇ ਉਹ ਟਰੈਕ ਦੇ ਉੱਤੇ ਖੜੇ ਸਨ ਤੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਉਹ ਖਤਮ ਹੋ ਗਏ ਨੇ। ਕਈ ਲਾਸ਼ਾਂ ਅਜੇ ਤੱਕ ਜਿਹੜੀਆਂ ਉਹ ਮਿਲ ਨਹੀਂ ਰਹੀਆਂ। ਪਰ ਅਸੀਂ ਆਪ ਕਾਨੂੰਨ ਦੀਆਂ ਧੱਜੀਆਂ ਜਿਹੜੀਆਂ ਨਾ, ਅਸੀਂ ਕਾਨੂੰਨ ਦੀਆਂ ਆਪ ਉਡਾਉਂਦੇ ਹਾਂ। ਸਾਨੂੰ ਆਪਣੇ ਆਪ ਨੂੰ ਵੀ ਇਹ ਚਾਹੀਦਾ ਸੀ ਨਾ, ਦੇਖੋ ਜਿਹੜੇ ਉੱਥੇ ਖੜੇ ਸਨ ਉਹਨਾਂ ਨੂੰ ਵੀ ਚਾਹੀਦਾ ਵੀ ਅਸੀਂ ਲਾਈਨਾਂ ਦੇ ਵਿੱਚ ਖੜੇ ਆ ਤੇ ਅਸੀਂ ਜਿਹੜਾ ਆਪਣੀ ਸੇਫਟੀ ਜਿਹੜੀ ਸਾਨੂੰ ਆਪ ਕਰਨੀ ਚਾਹੀਦੀ ਹੈ। ਤੇ ਜੇ ਠੀਕ ਹੈ ਜਿਹੜਾ ਨੇ ਪ੍ਰਬੰਧਕਾਂ ਨੇ ਤੁਹਾਨੂੰ ਅਨਾਉਂਸਮੈਂਟ ਰਾਹੀਂ ਜਿਹੜਾ ਉੱਥੇ ਸਟੇਜ ਉੱਤੋਂ ਅਨਾਉਂਸਮੈਂਟ ਕਰਦੇ ਰਹੇ ਨੇ ਵੀ ਤੁਹਾਨੂੰ ਕਹਿੰਦੇ ਰਹੇ ਨੇ ਵੀ ਟਰੱਕ ਜਿਹੜਾ ਉਹ ਖਾਲੀ ਕਰਕੇ ਰੱਖੋ, ਪਤਾ ਨਹੀਂ ਕਿਸ ਵੇਲੇ ਗੱਡੀ ਆ ਜਾਣੀ ਹੈ। ਪਰ ਜਿਹੜੇ ਉੱਥੇ ਖੜੇ ਸਨ ਇਹ ਉਹਨਾਂ ਦਾ ਵੀ ਫਰਜ਼ ਬਣਦਾ ਹੈਗਾ ਸੀ ਵੀ ਉਹਨਾਂ ਦਾ ਫਰਜ਼ ਬਣਦਾ ਸੀ ਵੀ ਇਹ ਜਿਸ ਜਗ੍ਹਾ ਤੇ ਅਸੀਂ ਖੜੇ ਆ ਬਿਲਕੁਲ ਗਲਤ ਖੜੇ ਆ। ਕਿਉਂਕਿ ਇੱਕ ਜੋੜਾ ਜਿਹੜਾ ਸੀ ਉਹ ਕੋਠੇ ਦੇ ਉੱਤੇ ਖੜਾ ਸੀ, ਉਹ ਸਭ ਕੁਝ ਦੇਖ ਰਿਹਾ ਸੀ। ਉਹਨੇ ਵੀ ਜੋ ਵੀਡੀਓ ਬਣਾ ਕੇ ਜਿਹੜੀ ਨਾ ਕਲਿੱਪ ਜਿਹੜੀ ਉਹਨੇ ਭੇਜੀ, ਉਹ ਵੀ ਮੈਂ ਦੇਖਿਆ। ਉਹ ਵੀ ਕਹਿੰਦਾ ਵੀ ਅਸੀਂ ਵੇਖਦੇ ਪਏ ਸਾਂ ਵੀ ਉਧਰ ਗੱਡੀ ਜਿਹੜੀ ਹਾਰਨ ਵਜਾਈ ਜਾਂਦੀ ਹੈ ਤੇ ਉਹ ਵਿੱਚ ਜਿਹੜੇ ਹਨ ਕਾਫੀ ਜਿਹੜੇ ਲੋਕ ਜਿਹੜੇ ਸਨ ਵਿੱਚ ਹਨ ਤੇ ਜਦੋਂ ਗੱਡੀ ਗਈ ਹੈ ਤੇ ਕੱਟਦੀ ਵੱਢਦੀ ਜਿਹੜੀ ਹੈ ਉਹ ਜਾ ਕੇ ਜਿਹੜੀ ਹੈ ਉਹ ਚਲ ਗਈ, ਉੱਥੋਂ ਲੱਗ ਕੇ ਚਲ ਗਈ ਹੈ। ਕਹਿੰਦਾ ਜਿਸ ਚੀਜ਼ ਦਾ ਸਾਨੂੰ ਡਰ ਸੀ ਨਾ, ਉਹ ਬਿਲਕੁਲ ਉਹ ਡਰ ਜਿਹੜਾ ਸਾਡੇ ਸਾਹਮਣੇ ਜਿਹੜਾ ਆ ਗਿਆ ਹੈ। ਇਸ ਕਰਕੇ ਪ੍ਰਸ਼ਾਸਨ ਦੇ ਉੱਤੇ ਅਸੀਂ ਕਹਿਣ ਦੇ ਹਾਂ, ਠੀਕ ਹੈ ਪ੍ਰਸ਼ਾਸਨ ਦਾ ਵੀ ਉਸ ਜਗ੍ਹਾ ਤੇ ਵੀ ਸਾਨੂੰ ਪੁਲਿਸ ਵਾਲਿਆਂ ਨੂੰ ਜਾਂ ਜਿਹੜਾ ਪ੍ਰਸ਼ਾਸਨ ਜਿਹੜਾ ਉੱਥੇ ਜਾਂਦਾ ਉਹਨਾਂ ਥੋੜਾ ਜਿਹਾ ਮਤਲਬ ਇਹ ਕਹਿੰਦਾ ਵੀ ਤੁਸੀਂ ਇਹ ਟਰੈਕ ਤੋਂ ਜਿਹੜਾ ਇੱਕ ਸਾਈਡ ਤੇ ਹੋ ਜਾਓ। ਪਰ ਉਸ ਵੇਲੇ ਉਸ ਜਗ੍ਹਾ ਤੇ ਕੋਈ ਪ੍ਰਸ਼ਾਸਨ ਨਾਲ ਕੋਈ ਵੀ ਨਹੀਂ ਸੀ ਹੈਗਾ। ਜਦੋਂ ਕਿਸੇ ਤੇ ਕੋਈ ਲਾਠੀ ਚਾਰਜ ਕਰਨਾ ਹੁੰਦਾ ਜਾਂ ਕੁਝ ਹੁੰਦਾ ਉਦੋਂ ਪੂਰੇ ਪੰਜਾਬ ਦੀ ਪੁਲਿਸ ਇਕੱਠੀ ਹੋ ਜਾਂਦੀ ਹੈ ਤੇ ਇਦਾਂ ਦੇ ਸਮੇਂ ਵਾਸਤੇ ਉਹਨਾਂ ਨੂੰ ਖਿਆਲ ਰੱਖਣਾ ਚਾਹੀਦਾ, ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ। ਕਈ ਗੱਲਾਂ ਫਿਰ ਜਤਿੰਦਰ ਜੀ ਐਸੀਆਂ ਵੀ ਹੋ ਜਾਂਦੀਆਂ ਨੇ ਕਿ ਕੱਲਾ ਪੁਲਿਸ ਨੂੰ ਵੀ ਅਸੀਂ ਦੋਸ਼ ਨਹੀਂ ਦੇ ਸਕਦੇ, ਕਿਉਂਕਿ ਜਦੋਂ ਪੁਲਿਸ ਵੀ ਆ ਕੇ ਜਦੋਂ ਉੱਥੋਂ ਕਹਿੰਦੀ ਹੈ ਨਾ ਕਿ ਇਹਨੂੰ ਖਾਲੀ ਕਰ ਦਿਓ ਤੇ ਫਿਰ ਕਈ ਵਾਰੀ ਜਿਹੜਾ ਹੁੰਦਾ ਨਾ ਕਿ ਯੰਗਸਟਰ ਜਿਹੜੇ ਹੁੰਦੇ ਨੇ ਜੀ ਸਪੈਸ਼ਲੀ ਜਿਹੜੇ ਉਹ ਹੁੰਦੇ ਨੇ ਕਿਉਂਕਿ ਉਸ ਵੇਲੇ ਜਿਹੜੀ ਨਾ ਇੱਕ ਖੁਸ਼ੀ ਜਿਹੜੀ ਐਸੀ ਦਿਮਾਗ ਦੇ ਉੱਤੇ ਛਾਈ ਹੁੰਦੀ ਆ ਕਿ ਕੁਝ ਕੁ ਲੋਕਾਂ ਨੇ ਫਿਰ ਕੀ ਕਹਿੰਦੇ ਨੇ ਉਹਨਾਂ ਟਾਈਮਾਂ ਦੇ ਵਿੱਚ ਕੁਝ ਇਦਾਂ ਦੀਆਂ ਚੀਜ਼ਾਂ ਵੀ ਖਾਧੀਆਂ ਪੀਤੀਆਂ ਹੁੰਦੀਆਂ ਕਿ ਜਿਨ੍ਹਾਂ ਦੇ ਨਾਲ ਮੱਤ ਵੱਜੀ ਹੁੰਦੀ ਆ। ਜੀ ਤੇ ਉੱਥੇ ਪੁਲਿਸ ਵਾਲੇ ਵੀ ਜਦੋਂ ਕੁਝ ਕਹਿੰਦੇ ਆ ਤੇ ਉਹ ਕਹਿੰਦੇ ਹੁੰਦੇ ਆ ਕਿ ਤੂੰ ਆਪਣਾ ਇੱਕ ਸਾਈਡ ਤੇ ਖੜਾ ਹੋ, ਕੋਈ ਗੱਲ ਨਹੀਂ, ਅਸੀਂ ਉਹ ਜਦੋਂ ਕੋਈ ਕੁਝ ਹੋਏਗਾ ਦੇਖ ਲਾਂਗੇ, ਅਸੀਂ ਆਪੇ। ਇਹ ਵੀ ਚੀਜ਼ਾਂ ਬਹੁਤ ਸੁਣਨ ਚ ਆਉਂਦੀਆਂ ਤੇ ਕਿਉਂਕਿ ਪੁਲਿਸ ਨੇ ਵੀ ਕਹਿੰਦੇ ਕਿ ਉੱਥੇ ਕੀਤਾ ਸੀ ਕੁਝ ਨਾ ਕੁਝ ਉੱਥੇ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਲਾਈਨਾਂ ਤੋਂ ਪਰੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਹੋਇਆ ਨਹੀਂ ਕਿਉਂਕਿ ਸਭ ਲੋਕ ਆਪਣੀ ਮਸਤੀ ਦੇ ਵਿੱਚ ਉੱਥੇ ਖੜੇ ਸਨ। ਕਿਉਂਕਿ ਜੋ ਤੇ ਹੋਇਆ ਤੇ ਬਿਲਕੁਲ ਮਾੜਾ, ਹੋਣਾ ਨਹੀਂ ਸੀ ਚਾਹੀਦਾ ਇਸ ਤਰ੍ਹਾਂ, ਪਰ ਇੱਕ ਛੋਟੀ ਜੀ ਅਣਗਹਿਲੀ ਕਰਕੇ
ਉਹ ਵੇਖ ਲਓ ਉਹ ਗੱਲ ਜਿਹੜੀ ਹੈਗੀ ਕਿੱਥੇ ਦੀ ਕਿੱਥੇ ਪਹੁੰਚ ਗਈ ਜੀ। ਹੁਣ ਜਿਵੇਂ ਕਿ ਗਿਆਨੀ ਜੀ ਨੇ ਦੱਸਿਆ ਕਿ ਉਹ ਜੋੜੇ ਨੇ ਲਾਈਵ ਵੀਡੀਓ ਜਿਹੜੀ ਹੈਗੀ ਆ ਉਸ ਦਰਦਨਾਕ ਜਿਹੜਾ ਹਾਦਸਾ ਹੋਇਆ ਵਾਪਰਿਆ ਉਹਨਾਂ ਦੀ ਅੱਖਾਂ ਦੇ ਸਾਹਮਣੇ ਦੇਖਿਆ, ਅੱਖਾਂ ਦੇ ਸਾਹਮਣੇ ਵਰਤਿਆ, ਉਹ ਪੂਰੇ ਵਰਲਡ ਦੇ ਵਿੱਚ ਗਿਆ। ਲੋਕਾਂ ਨੇ ਸਾਰਿਆਂ ਨੂੰ ਕਿਸੇ ਨੂੰ ਕਿਸੇ ਥਾਂ ਦਾ ਕਿੱਦਾਂ ਸੋਸ਼ਲ ਮੀਡੀਆ ਰਾਹੀਂ ਭੇਜਿਆ। ਮੈਸੇਜ ਪਹੁੰਚਿਆ ਸਭ। ਪਰ ਹੁਣ ਵੀ ਇਹ ਚਾਹੀਦਾ ਆ ਕਿ ਇਹ ਗੱਲ ਇੱਥੇ ਨਹੀਂ ਖਤਮ ਹੋਈ, ਕਿਉਂਕਿ ਇਹ ਜਿਹੜੀ ਗੱਲ ਹੈਗੀ ਆ ਬਹੁਤ ਦੂਰ ਤੱਕ ਜਾਂਦੀ ਆ ਕਿ ਇਹ ਹਾਦਸੇ ਜਿਹੜੇ ਹੈਗੇ ਆ ਇਹ ਤੇ ਚਲੋ ਅੱਖਾਂ ਦੇ ਸਾਹਮਣੇ ਆ ਗਏ ਆ। ਕਈ ਜਿਹੜੇ ਐਸੇ ਹਾਦਸੇ ਜਿਹੜੇ ਹੁੰਦੇ ਆ ਜਿਹੜੇ ਕਿ ਫਾਟਕਾਂ ਦੇ ਉੱਤੇ ਹੁੰਦੇ ਆ ਕਿ ਕੋਈ ਰਕਸ਼ੇ ਵਾਲਾ ਥੱਲੇ ਆ ਗਿਆ ਜਾਂ ਕਿਸੇ ਦੇ ਗੱਡੀ ਜਿਹੜੀ ਹੈਗੀ ਆ ਉਹ ਟਰੈਕ ਤੇ ਆ ਕੇ ਬੰਦ ਹੋ ਜਾਂਦੀ ਆ ਤੇ ਉਹਦੇ ਵਿੱਚ ਆ ਕੇ ਟ੍ਰੇਨ ਵੱਜਦੀ ਆ। ਕਿਉਂਕਿ ਗਲਤੀਆਂ ਜਿਹੜੀਆਂ ਹੈਗੀਆਂ ਨੇ ਸਭ ਤੋਂ ਜ਼ਿਆਦਾ ਆਪਣੀਆਂ ਨੇ। ਆਪਣੀ ਸੇਫਟੀ ਜਿਹੜੀ ਹੈਗੀ ਆ ਉਹ ਪਹਿਲਾਂ ਦੇਖਣੀ ਚਾਹੀਦੀ ਬੰਦੇ ਨੂੰ ਕਿ ਮੈਂ ਇਹ ਕਦਮ ਚੱਕਾਂਗਾ, ਕੱਲ ਨੂੰ ਕੁਝ ਵੀ ਹੋ ਸਕਦਾ। ਕਿ ਸਕੂਟਰ ਲੰਘਾਉਂਦਿਆਂ ਇੱਕ ਦੇਖਿਆ ਸੀ ਮੈਂ, ਇੱਕ ਵੀਡੀਓ ਮੇਰੇ ਕੋਲ ਆਈ ਸੀ, ਉਹ ਥੱਲੇ ਉਹਦੀ ਸਕੂਟਰ ਲੰਘਾਉਣ ਲੱਗਾ ਤੇ ਉਹਦਾ ਬੱਚਾ ਉੱਥੇ ਟਰੈਕ ਤੇ ਡਿੱਗ ਗਿਆ ਤੇ ਉਹ ਜਦ ਨੂੰ ਚੱਕਣ ਚੱਲਾ ਤੇ ਉਧਰੋਂ ਟ੍ਰੇਨ ਲੰਘ ਗਈ ਉੱਤੋਂ ਦੀ, ਬੱਚੇ ਦੇ 2 ਪੀਸ। ਤੇ ਦੱਸੋ ਕਿ ਹੁਣ ਉਹ ਟ੍ਰੇਨ ਦਾ ਕੀ ਕਸੂਰ ਹੈ ਜੀ। ਵੇਖੋ ਨਾ ਵੀ ਪਿੰਡਾਂ ਦੇ ਵਿੱਚ ਜਿਹੜੀਆਂ ਲਹਿਰਾਂ ਜਿਹੜੀਆਂ ਲੰਘਦੀਆਂ ਨੇ ਉੱਥੇ ਵੇਖੋ ਕਿ ਬੱਚਿਆਂ ਦੀਆਂ ਜਿਹੜੀਆਂ ਬੱਸਾਂ ਜਿਹੜੀਆਂ ਨੇ ਉਹਨਾਂ ਦੀਆਂ ਉਹ ਵੈਨਾਂ ਜਿਹੜੀਆਂ ਉੱਥੋਂ ਲੰਘਦੀਆਂ ਨੇ। ਕਈ ਵਾਰੀ ਤੁਸੀਂ ਵੇਖਿਆ ਵੀ ਹਾਦਸੇ ਹੋਏ ਨੇ। ਉਹ ਜਦੋਂ ਵੀ ਡਰਾਈਵਰ ਕਹਿੰਦਾ ਵੀ ਅਜੇ ਟ੍ਰੇਨ ਜਿਹੜੀ ਹੈ ਦੂਰ ਹੈ, ਉਹ ਜਦੋਂ ਜਾਂਦਾ ਹੈ ਤੇ ਉਹ ਜਦੋਂ ਲਹਿਣਾ ਤੋਂ ਲੰਘਦੀ ਹੈ ਨਾ ਤਾਂ ਉੱਥੇ ਜਾ ਕੇ ਬੰਦ ਹੋ ਜਾਂਦੀ ਹੈ। ਤੇ ਪਿੱਛੇ ਕਰਕੇ ਵੀ ਮੇਰੇ ਸਾਲ 1.5 ਸਾਲ ਦੀ 2 ਸਾਲ ਦੀ ਗੱਲ ਹੈ ਤੇ ਪਤਾ ਨਹੀਂ 15-20 ਬੱਚੇ ਜਿਹੜੇ ਸਨ ਜਿਹੜੇ ਉਹ ਗੱਡੀ ਦੀ ਲਪੇਟ ਦੇ ਵਿੱਚ ਆ ਗਏ ਹਨ। ਤੇ ਵੇਖੋ ਉੱਥੇ ਡਰਾਈਵਰ ਦੀ ਵੀ ਅਣਗਹਿਲੀ ਹੈ ਵੀ ਜਿਹੜਾ ਜਦੋਂ ਉਹਨਾਂ ਨੂੰ ਪਤਾ ਹੈਗਾ ਵੀ ਇਹ ਫਾਟਕ ਤੋਂ ਬਿਨਾਂ ਵੀ ਕਈ ਜਗ੍ਹਾ ਤੇ ਐਸੇ ਨੇ ਵੀ ਉੱਥੇ ਫਾਟਕ ਕੋਲ ਨਹੀਂ ਲੱਗੇ ਹੈਗੇ ਤੇ ਲੋਕਾਂ ਨੇ ਰਸਤੇ ਜਿਹੜੇ ਬਣਾਏ ਹਨ ਤੇ ਸ਼ਾਰਟਕਟ ਜਿਹੜੇ ਹਨ ਕਈ ਬੱਸਾਂ ਵਾਲੇ ਜਿਹੜੇ ਨੇ ਉਹ ਬੱਚਿਆਂ ਨੂੰ ਲੈ ਕੇ ਜਾਂਦੇ। ਹੁਣ ਬੱਚੇ ਛੋਟੇ ਹੁੰਦੇ ਨੇ, ਉਹਨਾਂ ਥੋੜਾ ਰੌਲਾ ਪਾਉਣਾ ਨੇ। ਇਹ ਤੇ ਕੰਮ ਜਿਹੜਾ ਉਹ ਡਰਾਈਵਰ ਦਾ ਹੁੰਦਾ ਤੇ ਡਰਾਈਵਰ ਜਦੋਂ ਉਹ ਕਹਿੰਦਾ ਮੈਂ ਛੇਤੀ ਨਾਲ ਇੱਥੋਂ ਕੱਢ ਲੈਣਾ ਫਾਟਕ ਚੋਂ, ਪਰ ਜਦੋਂ ਫਾਟਕ ਦੇ ਕੋਲ ਜਾਂਦੀ ਹੈ ਤੇ ਉਹ ਗੱਡੀ ਜਿਹੜੀ ਉੱਥੇ ਰੁਕ ਜਾਂਦੀ ਹੈ। ਉਹ ਉਨੇ ਚਿਰ ਨੂੰ ਟ੍ਰੇਨ ਆ ਜਾਂਦੀ ਹੈਗੀ ਤੇ ਪਿੱਛੇ ਕਰਕੇ ਵੀ ਇਸ ਗੱਲ ਨੂੰ ਮੇਰੇ ਖਿਆਲ 1.5-2 ਸਾਲ ਹੋ ਗਏ ਨੇ ਤੇ ਉਹ ਬੱਚੇ ਜਿਹੜੇ 15-20 ਬੱਚੇ ਜਿਹੜੇ ਸਨ ਉਹ ਲਪੇਟ ਦੇ ਵਿੱਚ ਆਣ ਕੇ ਤੇ ਉੱਥੇ ਬੱਚੇ ਉਹ ਖਤਮ ਹੋ ਗਏ ਨੇ। ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਵੀ ਇਸ ਪਾਸੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ। ਇਹ ਦੇਖੋ ਤੁਸੀਂ ਬਾਹਰ ਜਿਹੜੇ ਹਨ ਬਾਹਰ ਇੰਗਲੈਂਡ ਦੇ ਵਿੱਚ ਹੈ ਜਾਂ ਤੁਸੀਂ ਅਮਰੀਕਾ ਦੇ ਵਿੱਚ ਵੇਖ ਲਓ ਜਾਂ ਹੋਰ ਕਿਧਰ ਕਿੰਨੀ ਇਹਨਾਂ ਨੇ ਸੇਫਟੀ ਜਿਹੜੀ ਕੀਤੀ। ਹੁਣ ਇੱਥੇ ਵੇਖ ਲਓ ਨਾ ਕਿ ਇੱਥੇ ਕਈਆਂ ਥਾਵਾਂ ਦੇ ਉੱਤੇ ਫਾਟਕ ਨਹੀਂ ਹੈਗੇ, ਸਿਰਫ ਲਾਈਟਾਂ ਲੱਗੀਆਂ ਹੋਈਆਂ। ਜਦੋਂ ਲਾਲ ਲਾਈਟ ਹੋ ਜਾਂਦੀ ਆਪਣੇ ਆਪ ਲੋਕੀ ਬੜੇ ਮਜ਼ੇ ਨਾਲ ਰੁਕ ਜਾਂਦੇ ਆ ਤੇ ਕੋਈ ਇਹ ਨਹੀਂ ਹੈਗਾ ਕਿ ਆਪਣੀ ਲਾਈਨ ਛੱਡ ਕੇ ਤੇ ਦੂਜੀ ਲਾਈਨ ਵੀ ਬਣਾ ਲੜੀ ਹੈ ਕਿ ਅਗਲੇ ਨੂੰ ਲੰਘਣ ਨਹੀਂ ਦੇਣਾ ਹੈਗਾ, ਜਿੱਦਾਂ ਆਮ ਇੰਡੀਆ ਦੇ ਵਿੱਚ ਦੇਖਦੇ ਆ ਫਾਟਕਾਂ ਦੇ ਉੱਤੇ। ਤੇ ਬੜੇ ਵਧੀਆ ਤਰੀਕੇ ਨਾਲ ਵੇਖ ਲਓ ਇੱਥੋਂ ਲੰਘ ਜਾਂਦੇ ਆ। ਸਿਸਟਮ ਕਿਦਾਂ ਦਾ ਬਣਾਇਆ ਹੋਇਆ, ਕਿਉਂਕਿ ਮੈਂ ਤੁਹਾਨੂੰ ਦੱਸਦਾ ਮੇਰੇ ਨਾਲ ਖੁਦ ਨੇ ਇੱਕ ਵਾਪਰੀ। ਮੈਂ ਜਲੰਧਰ ਤੋਂ ਜਾ ਰਿਹਾ ਸੀ ਨਵੇਂ ਸ਼ਹਿਰ ਨੂੰ, ਤਾਂ ਰੈੱਡ ਲਾਈਟ ਹੋਈ ਆ ਤੇ ਮੈਂ ਰੁਕਿਆ ਉੱਥੇ। ਰੁਕਣਾ ਹੀ ਸੀਗਾ, ਰੈੱਡ ਲਾਈਟ ਹੈ ਨਾ। ਤਾਂ ਉਹ ਪਿੱਛੇ ਮੈਨੂੰ ਹਾਰਨ ਮਾਰੀ ਜਾਂਦੇ ਆ। ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ। ਤਾਂ ਮੇਰੇ ਨਾਲ ਆ ਕੇ ਕਹਿੰਦਾ ਰੁਕਿਆ ਕਿਉਂ? ਮੈਂ ਕਿਹਾ ਰੈੱਡ ਲਾਈਟ ਆ। ਉਹ ਕਹਿੰਦਾ ਕੋਈ ਨਹੀਂ ਤੂੰ ਚੱਲ, ਅਸੀਂ ਪਿੱਛੇ ਵੇਟ ਕਰਦੇ ਹਾਂ। ਮੈਂ ਚੱਲ ਪਿਆ। ਅੱਗੇ ਕਿਤੇ ਆਏ ਤਾਂ ਮੈਂ ਗਰਮੀ ਸੀਗੀ, ਇੰਡੀਆ ਕਾਫੀ ਗਰਮੀ ਹੁੰਦੀ ਹੈ, ਤੇ ਸੀਟ ਬੈਲਟ ਮੈਂ ਖੋਲ੍ਹ ਦਿੱਤੀ ਤਾਂ ਮੈਨੂੰ ਉਹਨਾਂ ਨੇ ਰੋਕ ਲਿਆ। ਕਹਿੰਦੇ ਤੂੰ ਸੀਟ ਬੈਲਟ ਨਹੀਂ ਲਾਈ ਹੈਗੀ। ਮੈਂ ਕਿਹਾ ਮੇਰੇ ਨਾਲ ਤਾਂ ਪਿੱਛੇ ਇਦਾਂ ਹੈਪਨ ਹੋਈ ਆ। ਤੇ ਕਹਿਣ ਲੱਗੇ ਨਹੀਂ ਤੈਨੂੰ ਇੰਨਾ ਜੁਰਮਾਨਾ ਹੋਣਾ, ਇੰਨੇ ਪੈਸੇ ਦੇ, ਇਦਾਂ ਕਰ। ਸੋ ਕਹਿਣ ਤੋਂ ਭਾਵ ਹੈ ਵੀ ਕਾਨੂੰਨ ਨੂੰ ਅਸੀਂ ਫੋਲੋ ਨਹੀਂ ਕਰਦੇ। ਠੀਕ ਹੈ, ਜੇ ਫੋਲੋ ਅਸੀਂ ਕਰੀਏ ਸਾਰੇ ਜਾਣੇ। ਇੱਥੇ ਡਰ ਲੱਗਦਾ ਨਾ, ਹੁਣ ਰਾਤ ਨੂੰ ਵੀ ਕਿਤੇ ਲਾਈਟਾਂ, ਹੁਣ ਟ੍ਰੈਫਿਕ ਨਾ ਵੀ ਹੋਵੇ, ਲਾਈਟਾਂ ਹੁਣ ਤੇ ਅਸੀਂ ਰੁਕਦੇ ਹਾਂ। ਠੀਕ ਹੈ, ਸੋ ਸਾਰਿਆਂ ਦਾ ਇਹ ਸਾਡਾ ਫਰਜ਼ ਬਣਦਾ ਆ ਤੇ ਤਾਂ ਹੀ ਇਸ ਕੋਈ ਸੁਧਾਰ ਹੋ ਸਕਦਾ ਹੈ ਜੇ ਸਾਰੀ ਜ਼ਿੰਮੇਵਾਰੀ ਅਸੀਂ ਲਵਾਂਗੇ ਤਾਂ। ਬਿਲਕੁਲ ਜੀ, ਬਿਲਕੁਲ। ਤੇ ਹੋਰ ਗਿਆਨੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮੇਨ ਜਿਹੜੀ ਹੈਗੀ ਆ ਕਿ ਇਹ ਜਿਹੜਾ ਹੈਪਨ ਹੈ, ਜੇ ਇਸ ਤਰ੍ਹਾਂ ਹੀ ਇੱਕ ਚਲੋ ਖੁਸ਼ੀ ਮਨਾਉਣ ਲੋਕੀ ਗਏ ਹੋਏ ਸਨ ਤੇ ਖੁਸ਼ੀ ਜਿਹੜੀ ਹੈਗੀ ਆ ਉਹਨਾਂ ਦੇ ਪਰਿਵਾਰਾਂ ਦੀ, ਜਿਨ੍ਹਾਂ ਨੇ ਖੁਸ਼ੀ ਮਾਣ ਲਈ, ਜਿਨ੍ਹਾਂ ਦੇ ਪਰਿਵਾਰਾਂ 'ਚ ਖੁਸ਼ੀ ਮਨਾਉਣਗੇ ਤੇ ਉਹਨਾਂ ਦੀ ਜਿਹੜੀ ਹੈਗੀ ਆ ਖੁਸ਼ੀ ਜਿਹੜੀ ਗਮੀ 'ਚ ਬਦਲ ਗਈ। ਬਹੁਤ ਸਹਿ ਜਿਹੜਾ ਭਾਣਾ ਜਿਹੜਾ ਹੈ ਬਹੁਤ ਵੱਡਾ ਜਿਹੜਾ ਭਾਣਾ ਹੈ ਉਸ ਪਰਿਵਾਰ ਦੇ ਨਾਲ ਹੈ, ਜਿਸ ਪਰਿਵਾਰ ਦਾ 1 ਜੀ ਜਾਂ 2 ਜੀ ਜਾਂ 3 ਜੀ ਜਿਹੜੇ ਆ ਨਾ, ਇਹ ਕਹਿਣਾ ਜਿਹੜਾ ਬੜਾ ਸੌਖਾ ਹੈ। ਜਿਹਨਾਂ ਪਰਿਵਾਰਾਂ ਦੇ ਜੀ ਜਿਹੜੇ ਖਤਮ ਹੋ ਚੁੱਕੇ ਨੇ ਉਹਨਾਂ ਨੇ ਹੁਣ ਦੂਰ ਤੱਕ ਸੋਚਣਾ ਹੈ। ਅਸੀਂ ਸਰਕਾਰਾਂ ਗੌਰਮੈਂਟਾਂ ਤਾਂ ਕਹਿੰਦੇ ਨੇ ਵੀ 5 ਲੱਖ ਜਾਂ 10 ਲੱਖ ਜਾਂ 20 ਲੱਖ ਦੇ ਦਿੱਤਾ ਹੈਗਾ, ਪਰ ਉਹਨਾਂ ਦਾ ਵੀ ਜਿਹੜਾ ਸਾਨੂੰ ਜਿਹੜਾ ਧਿਆਨ ਜਿਹੜਾ ਹੈ ਗੌਰਮੈਂਟ ਨੂੰ ਜੇ ਇਸ ਪਾਸੇ ਦੇਣਾ ਚਾਹੀਦਾ ਹੈ। ਤੇ ਅੱਗੇ ਤੋਂ ਜਿਹੜਾ ਹੈ ਵੀ ਇਸ ਤਰ੍ਹਾਂ ਦਾ ਹਾਦਸਾ ਜਿਹੜਾ ਹੈ ਉਹ ਨਾ ਹੋਵੇ, ਉਹਦਾ ਵੀ ਜਿਹੜਾ ਹੈ ਗੌਰਮੈਂਟ ਨੂੰ, ਕੇਂਦਰ ਗੌਰਮੈਂਟ ਨੂੰ ਵੀ ਜਿਹੜਾ ਔਰ ਪੰਜਾਬ ਗੌਰਮੈਂਟ ਨੂੰ ਵੀ ਜਿੱਥੇ ਜਿੱਥੇ ਫਾਟਕ ਨੇ ਉਹਨਾਂ ਦਾ ਵੀ ਫਰਜ਼ ਬਣਦਾ ਹੈ। ਔਰ ਸਾਡਾ ਆਪਣਾ ਵੀ ਜਿਹੜੇ ਜੋ ਦੁਨੀਆ ਹੈ, ਜੋ ਲੋਕ ਨੇ, ਉਹਨਾਂ ਦਾ ਵੀ ਫਰਜ਼ ਬਣਦਾ ਵੀ ਅਸੀਂ ਵੀ ਜਿਹੜਾ ਨਾ ਵੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਨਾ ਤੇ ਅਸੀਂ ਸਮਾਂ ਜਿਹੜਾ ਪਾਸ ਕਰਨਾ ਹੈਗਾ। ਪਰ ਅਸੀਂ ਆਪ ਕਾਨੂੰਨ ਜਿਹੜੇ ਤੋੜਦੇ ਹਾਂ। ਹੁਣ ਵੇਖੋ ਨਾ ਜਿਹੜੇ ਉਹ ਟਰੈਕ ਦੇ ਉੱਤੇ ਖੜੇ ਨੇ ਵੀ ਉਹ ਕਾਨੂੰਨ ਦੇ ਵਿੱਚ ਤਾਂ ਨਹੀਂ ਨਾ ਹੁੰਦਾ ਹੈਗਾ ਵੀ ਉਹ ਟਰੈਕ ਦੇ ਉੱਤੇ ਖੜੇ ਨੇ,
ਵੇਖੋ ਉਹ ਗਲਤੀ ਜ਼ਰੂਰ ਉਹਨਾਂ ਦੀ ਬਹੁਤ ਵੱਡੀ ਉਹਨਾਂ ਦੀ ਵੀ ਗਲਤੀ ਹੈਗੀ ਹੈ, ਪਰ ਇਹ ਤਾਂ ਹੁਣ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਭਾਣਾ ਹੈ। ਆਓ ਇਸ ਸੰਬੰਧ ਦੇ ਵਿੱਚ ਹੁਣ ਤੇ ਉਸ ਵਾਹਿਗੁਰੂ ਅਕਾਲ ਪੁਰਖ ਚਰਨਾਂ ਦੇ ਵਿੱਚ ਅਸੀਂ ਅਰਦਾਸ ਹੀ ਕਰਦੇ ਹਾਂ, ਬੇਨਤੀ ਕਰਦੇ ਹਾਂ, ਜਿੱਥੇ ਗੁਰਦੁਆਰਾ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹਨਾਂ ਨੇ ਵੀ ਇਹ ਪਿੱਛੇ ਕਰਕੇ ਜੋ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਪ੍ਰਾਰੰਭ ਕਰਵਾ ਕੇ ਤੇ ਮੇਰੇ ਖਿਆਲ ਕੱਲ੍ਹ ਖੁਰੇ ਪਰਸੋਂ ਜਿਹੜੇ ਉਹਨਾਂ ਨੇ ਭੋਗ ਜਿਹੜੇ ਉਹ ਪਾਏ ਨੇ। ਤੇ ਇਸੇ ਤਰ੍ਹਾਂ ਹੀ ਜੋ ਇੱਥੇ ਵੁਲਵਰਹਟਨ ਦੇ ਵਿੱਚ ਵੀ ਗੁਰਦੁਆਰਾ ਜੋ ਰਾਮਗੜੀਆ ਸਭਾ ਜਿਹੜੀ ਹੈ ਨਿਊ ਹੈਪਟਨ ਰੋਡ ਦੇ ਉੱਤੇ, ਉੱਥੇ ਵੀ ਜੋ ਬੜਾ ਉਹਨਾਂ ਨੇ ਪ੍ਰਬੰਧਕਾਂ ਨੇ ਬੜਾ ਚੰਗਾ ਉਪਰਾਲਾ ਕਰਕੇ ਔਰ ਸ੍ਰੀ ਅਖੰਡ ਪਾਠ ਸਾਹਿਬ ਕੱਲ੍ਹ ਜਿਹੜੇ ਨੇ ਉਹ ਪ੍ਰਾਰੰਭ ਕੀਤੇ ਜਾਣੇ ਨੇ ਔਰ ਜਿਨ੍ਹਾਂ ਦੀ ਸਮਾਪਤੀ ਜੋ ਐਤਵਾਰ ਨੂੰ ਹੋਣੀ ਹੈ ਉਸ ਦਿਨ ਜਿਹੜੇ ਹਨ ਉਸੇ ਸੰਬੰਧ ਵਿੱਚ ਜਿਹੜੇ ਹਨ ਕੀਰਤਨ ਹੋਣਾ ਹੈ ਵੀ ਉਹ ਜਿਹੜੀਆਂ ਰੂਹਾਂ ਜਿਹੜੀਆਂ ਸਾਡੇ ਕੋਲ ਵਿਛੜ ਚੁੱਕੀਆਂ ਹਨ ਉਹਦੇ ਭਲੇ ਵਾਸਤੇ, ਉਹਨਾਂ ਦੀ ਕਲਿਆਣਤਾ ਵਾਸਤੇ, ਆਤਮਾ ਦੀ ਸੁਖ ਸ਼ਾਂਤੀ ਲਈ ਜਿਹੜੀ ਹੈ ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਹਨ ਇਹ ਗੁਰਦੁਆਰਾ ਰਾਮਗੜੀਆ ਸਭਾ ਦੇ ਵਿੱਚ ਜਿਹੜਾ ਹੈ ਨਿਊ ਹੈਪਟਨ ਰੋਡ ਉੱਥੇ ਜੋ ਰੱਖੇ ਜਾਣੇ ਹਨ। ਤੇ ਉਸ ਤੋਂ ਬਾਅਦ ਜਿਹੜੇ ਐਤਵਾਰ ਜਿਹੜੇ ਭੋਗ ਪਾਣੇ ਹਨ ਤੇ ਉਹ ਮਹਾਰਾਜ ਦੇ ਅੱਗੇ ਸਤਿਗੁਰੂ ਜੀ ਦੇ ਚਰਨਾਂ 'ਚ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ, ਬੇਨਤੀ ਕਰਨੀ ਹੈ ਕਿ ਪਾਤਸ਼ਾਹ ਉਹ ਜਿਹੜੀਆਂ ਵਿਛੜ ਗਈਆਂ ਰੂਹਾਂ ਜਿਹੜੀਆਂ ਜਿਹੜੀਆਂ ਉਸ ਪ੍ਰਮਾਤਮਾ ਨੂੰ ਪਿਆਰੀਆਂ ਹੋ ਗਈਆਂ ਨੇ, ਸਤਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ। ਤੇ ਪਿੱਛੇ ਜਿਹੜੇ ਜਿਤਨੇ ਵੀ ਜਿਹੜੇ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਜਾਂ ਹਸਪਤਾਲ ਦੇ ਵਿੱਚ ਜੋ ਇਸ ਵੇਲੇ ਦਾਖਲ ਨੇ ਉਹਨਾਂ ਵਾਸਤੇ ਵੀ ਅਸੀਂ ਸਾਰਿਆਂ ਨੇ ਅਰਦਾਸ ਕਰਨੀ ਹੈ ਵੀ ਉਹ ਵੀ ਜੋ ਛੇਤੀ ਜਿਹੜੀ ਹੈ ਸਿਹਤਯਾਬ ਹੋਣ। ਤੇ ਜਿਹੜੇ ਹਨ ਵੀ ਇਸ ਕੰਮ ਦੇ ਵਿੱਚ ਆਪਾਂ ਸਾਰਿਆਂ ਨੇ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਵੀ ਗੁਰੂ ਘਰਾਂ ਦੇ ਵਿੱਚ ਜਿਹੜੀ ਹੈ ਅਰਦਾਸ ਕੀਤੀ ਜਾਵੇ, ਕਿਉਂਕਿ ਇਨਸਾਨ ਜਿਹੜਾ, ਕਿਉਂਕਿ ਗੁਰੂ ਨਾਨਕ ਦਾ ਦਰ ਜਿਹੜਾ ਹੈ ਜਿਹਦੇ ਚਰਨਾਂ ਦੇ ਵਿੱਚ ਅਸੀਂ ਅਰਦਾਸ ਵੀ ਕਰਦੇ ਹਾਂ, ਬੇਨਤੀ ਵੀ ਕਰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ। ਔਰ ਇਸੇ ਕਰਕੇ ਇਹਦੇ ਵਿੱਚ ਇਹ ਨਹੀਂ ਵੀ ਇਹ ਕੋਈ ਪੰਜਾਬ ਦੇ ਵਿੱਚ ਨੇ ਜਾਂ ਇਹ ਕਿਸੇ ਬਿਹਾਰ ਦੇ ਵਿੱਚੋਂ ਨੇ ਜਾਂ ਇਹ ਯੂਪੀ ਦੇ ਵਿੱਚੋਂ ਹਨ, ਹੈ ਤੇ ਇਨਸਾਨ ਨੇ ਨਾ। ਬਿਲਕੁਲ ਜੀ, ਬਿਲਕੁਲ। ਉਹ ਵੀ ਇਨਸਾਨ ਦੇ ਰੂਪ ਦੇ ਵਿੱਚ ਜਿਹੜਾ ਹੈ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ, ਬੇਨਤੀ ਕਰਨੀ ਕਿ ਪਾਤਸ਼ਾਹ ਕਿਰਪਾ ਕਰੀ ਉਹ ਵਿਛੜੀ ਹੋਈ ਆਤਮਾ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਚਰਨ ਸ਼ਰਨ ਦੇ ਵਿੱਚ ਨਿਵਾਸ ਬਖਸ਼ਿਸ਼ ਕਰੇ। ਬਿਲਕੁਲ ਜੀ। ਇਹ ਜਿਵੇਂ ਕਿ ਤੁਸੀਂ ਗਿਆਨੀ ਜੀ ਕੋ ਸੁਣ ਹੀ ਲਿਆ ਹੈਗਾ ਕਿ ਨਿਊ ਹੈਂਪਟਨ ਰੋਡ ਵੁਲਵਰਹੈਂਪਟਨ ਦੇ ਵਿੱਚ ਰਾਮਗੜੀਆ ਸਭਾ ਵੱਲੋਂ ਇੱਕ ਜਿਹੜਾ ਹੈਗਾ ਆ ਅਖੰਡ ਪਾਠ ਜਿਹੜਾ ਹੈਗਾ ਆ ਉਸ ਸ਼ੁੱਕਰਵਾਰ ਨੂੰ ਰੱਖਿਆ ਜਾ ਰਿਹਾ, ਜਿਹਦਾ ਭੋਗ ਜਿਹੜਾ ਹੈਗਾ ਸੰਡੇ ਨੂੰ ਪੈਣਾ। ਤੇ ਸਮੂਹ ਸੰਗਤਾਂ ਦੇ ਬੇਨਤੀ ਹੈ ਕਿ ਉੱਥੇ ਪਰਿਵਾਰਾਂ ਸਮੇਤ ਪਹੁੰਚੋ ਤੇ ਇਸ ਅਰਦਾਸ ਦੇ ਵਿੱਚ ਜਿਹੜੀ ਉੱਥੇ ਗੁਰਦੁਆਰਾ ਸਾਹਿਬ ਵੱਲੋਂ ਕੀਤੀ ਜਾਣੀ ਹੈ ਉਹਨਾਂ ਵਿਛੜੀਆਂ ਰੂਹਾਂ ਵਾਸਤੇ, ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਕੀਤੀ ਜਾਣੀ ਹੈ। ਉਹਨਾਂ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਸ ਥਾਂ ਤੇ ਪਹੁੰਚ ਕੇ ਉਸ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਤਾਂ ਜੋ ਇੱਕ ਸ਼ਰਧਾਂਜਲੀ ਜਿਹੜੀ ਹੈਗੀ ਆ ਉਹਨਾਂ ਵਿਛੜੀਆਂ ਰੂਹਾਂ ਨੂੰ ਦਿੱਤੀ ਜਾਵੇ। ਤੇ ਪ੍ਰੋਗਰਾਮ ਜਿਹੜਾ ਹੈਗਾ ਆ ਕਰਨ ਦਾ ਤਾਂ ਹੀ ਫਾਇਦਾ ਹੁੰਦਾ ਹੈ ਕਿ ਜੇ ਤੁਸੀਂ ਉਹਦੇ ਫੀਡਬੈਕ ਦਿਓ ਤਾਂ ਜੋ ਪ੍ਰੋਗਰਾਮ ਦੇ ਵਿੱਚ ਕੀ ਕਮੀਆਂ ਪੇਸ਼ੀਆਂ ਹਨ ਉਹ ਵੀ ਜਿਹੜਾ ਪਤਾ ਲੱਗਦੀਆਂ ਰਹਿੰਦੀਆਂ ਨੇ। ਕਿਉਂਕਿ ਇਸ ਪ੍ਰੋਗਰਾਮ ਨੂੰ ਕਰਨ ਦਾ ਮਕਸਦ ਇਹੀ ਸੀ ਕਿ ਬਹੁਤ ਹੀ ਜ਼ਿਆਦਾ ਫੋਨ ਕਾਲਸ ਇੱਥੇ ਆਏ ਕਿ ਪ੍ਰੋਗਰਾਮ ਜਿਹੜਾ ਹੈਗਾ ਆ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਸਾਨੂੰ ਜਿਹੜੀ ਉੱਥੇ ਦੀ ਨਵੀਂ ਅਪਡੇਟ ਜਿਹੜੀ ਹੈਗੀ ਆ ਉਹ ਮਿਲੇ ਕਿ ਕੀ ਇਸ ਵੇਲੇ ਉੱਥੇ ਕੀ ਹੋ ਰਿਹਾ ਤੇ ਕਿਹਨਾਂ ਦੀਆਂ ਗਲਤੀਆਂ ਮਿਸਟੇਕਾਂ ਜਿਹੜੀਆਂ ਹੋਈਆਂ ਨੇ ਜਿਨ੍ਹਾਂ ਕਰਕੇ ਕਿ ਇੰਨਾ ਕੁਛ ਉੱਥੇ ਏਡਾ ਵੱਡਾ ਭਾਣਾ ਜਿਹੜਾ ਵਰਤਿਆ। ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹਨਾਂ ਚੀਜ਼ਾਂ ਨੂੰ ਹਮੇਸ਼ਾ ਹੀ ਆਪਣੇ ਦਿਮਾਗ ਦੇ ਵਿੱਚ ਰੱਖੀਏ ਕਿ ਕੱਲ੍ਹ ਨੂੰ ਕੋਈ ਵੀ ਫੰਕਸ਼ਨ ਕਿਤੇ ਐਸੀ ਥਾਂ ਤੇ ਹੁੰਦਾ ਹੈ ਕਿ ਆਪਣੀ ਸੇਫਟੀ ਬੰਦੇ ਨੂੰ ਆਪ ਕਰਨੀ ਚਾਹੀਦੀ ਹੈ। ਆਪਣੇ ਫੀਡਬੈਕ ਪ੍ਰੋਗਰਾਮ ਵਿੱਚ ਜ਼ਰੂਰ ਭੇਜਿਓ। ਪ੍ਰੋਗਰਾਮ ਕਿਹੋ ਜਿਹਾ ਲੱਗਿਆ ਉਹ ਵੀ ਦੱਸਿਓ। ਕੋਈ ਆਪਣੇ ਸਵਾਲ ਜਵਾਬ ਹੋਣ ਉਹ ਵੀ ਜ਼ਰੂਰ ਕਰਿਆ ਕਰੋ। ਤੇ ਫਤਿਹ ਇੱਥੇ ਬੁਲਾਉਂਦੇ ਆ ਤੇ ਆਗਿਆ ਤੁਹਾਡੇ ਕੋਲ ਮੰਗਦੇ ਆ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਰੂਬਰੂ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਹਾਜ਼ਰ ਹੋਵਾਂਗੇ। ਫਤਿਹ ਬੁਲਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।